मैं स्वराज सिंह ते तुसीं जुड़ चुके हो साडे चैनल दे नाल। तस्वीरां इस वक्त असीं तुहानूं दिखा रहे हैं जिला सिरसा दे पिंड रोड़ी दियां। सो आपां होर भी कई वीडियो देख चुके हैं कि लगातार जिहड़ी नरमे की फसल है वो बर्बाद हुंदी जा रही है। पिछले साल की गल करिए तो पिछले साल भी जिहड़े नरमे की फसल है वो किसानों के हत्थ नहीं लगी, गुलाबी सुंडी के कारण सारी फसल बर्बाद हो चुकी सी। उस तो बाद की गल करिए तो जिहड़ी कणक सी उसने भी कोई झाड़ नहीं दिता, जिहड़े किसान सी वो मायूस ही रहे सी। इस बार की गल करिए तो इस बार नरमे तो उम्मीदां सी जिहड़ियां किसानां तो वो भी जिहड़ियां उम्मीदां ने फेल हुंदियां नज़र आ रही ने। सो लगातार चिट्टे मच्छर ते काले तेले की गल करिए तो उसने जिहड़ी नरमे की फसल है इस बार बर्बाद कर रखी है। सो तस्वीरां तुसीं वेख रहे हो कि ट्रैक्टर चल रहा है, खड़े हुए नरमे नूं जिहड़े किसान वाह रहे हैं, खर्चा पूरा हो चुका है। कित्थे दा जिहड़ी नरमे की फसल गल करिए तो इन्हां ने फल चकना सी, कित्थे किसान अपने दिल के उत्ते पत्थर धर के पुत्तां वांगू पाली हुई जिहड़ी फसल है उन्होंने आपदे हत्थां दे नाल नष्ट कर रहे। सो साडे नाल मौजूद ने पिंड रोड़ी दे लोग ने जिहड़े, आओ आपां इन्हां नाल गलबात करदे हां। हाँ जी भाई जी, सत श्री अकाल। सत श्री अकाल भाई। की कहना चाहोगे गुरप्रीत सिंह जिहड़ी फसल है आपदे हत्थां दे नाल ही तुसीं नष्ट कर रहे हो? ਇਹ ਬਾਈ ਜਿਵੇਂ ਤੁਸੀਂ ਕਿਹਾ ਵੀ ਪੁੱਤਾਂ ਵਾਂਗੂ ਪਾਲੀ ਆ ਤੇ ਅੱਜ ਤੁਸੀਂ ਦੇਖ ਲਓ ਵੀ ਆਪਦੇ ਹੱਥੀ ਵਿਚਾਰੇ ਉਹ ਵਾਹਰੇ ਆ। ਜੀ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕੋਈ ਕਿਆਰਾ ਦੋ ਕਿਆਰਾ ਨਹੀਂ, 4 ਕਿੱਲਿਆਂ 'ਚ ਜਿਹੜੇ ਕਿਸਾਨ ਦੀ 4 ਕਿੱਲਾ ਬਾਣ ਬਹਿ ਰਿਹਾ ਜੀ ਉਹਦੇ ਪੱਲੇ ਕੀ ਆ, ਨਾ ਅੱਗੇ ਕਿਸੇ ਦੀਨਾ ਨਾ ਪਿੱਛੇ ਕੁਛ ਰਿਹਾ ਹੈਗਾ। ਹੁਣ ਇਹ ਵੀ ਨਹੀਂ ਆਪਾਂ ਕਹਿ ਸਕਦੇ ਵੀ ਝੋਨਾ ਲਾ ਲੂ ਜਾਂ ਕੋਈ ਹੋਰ ਚੀਜ਼ ਲਾ ਲੂ। ਇਹ ਤੁਹਾਡੇ ਸਾਹਮਣੇ ਵੀ ਸਰਕਾਰਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ। ਸਪਰੇਅ ਕਰਦੇ ਘੱਟੋ ਘੱਟ ਇਹਦੇ ਵੀ 4-4 5-5 ਸਪਰੇਆਂ ਕਰਤੀਆਂ, खर्चा पूरा हो चुका है। ਖਰਚਾ ਜਿਹੜਾ ਇਹਨੇ ਲੈਣਾ ਸੀ ਇਹਨੇ ਲੈ ਲਿਆ। ਹੁਣ ਇਸ ਤੋਂ ਬਾਅਦ ਕਿਸਾਨ ਦੇ ਹੱਥ ਬਸ ਜਿਹੜਾ ਕੁਛ ਆਉਣਾ ਸੀ ਉਹ ਚੀਜ਼ ਰਹਿ ਗਈ ਸੀ, ਚੁਗਣ ਵਾਲਾ ਕੰਮ ਰਹਿ ਗਿਆ ਸੀ। ਪਰ ਤੁਸੀਂ ਦੇਖ ਲਓ ਵੀ ਪੱਤਿਆਂ ਦਾ ਪਹਿਲਾਂ ਤੁਸੀਂ ਹਾਲ ਦੇਖ ਸਕਦੇ ਹੋ। ਦੂਜੀ ਮੇਰੀ ਬੇਨਤੀ ਇਹ ਹੈ ਕਿ ਸਰਕਾਰ ਕੋਈ ਇਹੋ ਜਿਹੀ ਚੀਜ਼ ਬਣਾ ਵੀ ਮੰਨ ਲਓ ਵੀ ਜਿਹਦਾ ਇਹ ਬਾਣ ਹੈ ਉਹਨੇ ਤਾਂ ਠੇਕੇ ਤੇ ਦੇਤਾ, ਜਿਹਨੇ ਠੇਕੇ ਤੇ ਲਿਆ 60,000 ਨੂੰ ਉਹ ਜਮੀ ਮਾਰਿਆ ਗਿਆ। ਸੋ ਮੇਰੀ ਬੇਨਤੀ ਹੈ ਸਰਕਾਰ ਨੂੰ ਵੀ ਕੋਈ ਇਹੋ ਜਿਹਾ ਕਾਨੂੰਨ ਲਿਆਉਣ ਵੀ ਸਿੱਧਾ ਜਿਹੜਾ ਪੈਸਾ ਇਹ ਠੇਕੇ ਵਾਲੇ ਦੇ ਖਾਤੇ 'ਚ ਜਾਵੇ। ਜੇ ਇਹ ਨਹੀਂ ਹੋ ਸਕਦਾ ਤਾਂ ਮੇਰੀ ਪਿੰਡ ਵਾਲਿਆਂ ਨੂੰ ਬੇਨਤੀ ਹੈ ਕਿ ਵੀਰ ਬਣ ਕੇ, ਜਿਵੇਂ ਹੁਣ ਮੈਂ 60,000 ਰੁਪਇਆ ਲੈ ਲਿਆ, ਮੈਂ ਤਾਂ ਆਪਦੇ ਸਾਲ ਦਾ ਲੈ ਲਿਆ, ਜਿਹਨੇ ਮੈਨੂੰ 60,000 ਰੁਪਇਆ ਦਿੱਤਾ ਉਹਦਾ ਹੱਕ ਹੈ ਇਸ ਦੇ ਉੱਤੇ, ਜਿਹੜੀ ਵੀ ਹੁਣ ਗਰਦੌਰੀ ਹੋਊਗੀ ਜਾਂ ਕੋਈ ਮੁਆਵਜ਼ਾ ਮਿਲੂਗਾ। ਸੋ ਹੱਥ ਬੰਨ੍ਹ ਕੇ ਮੇਰੀ ਰੋੜੀ ਪਿੰਡ ਨੂੰ ਬੇਨਤੀ ਕਿ ਪਹਿਲ ਆਪਾਂ ਕਰਗੇ ਵੀ ਆਪਾਂ ਉਸ ਬੰਦੇ ਨੂੰ ਬਿਨਾਂ ਉਹਦੇ ਮੰਗੇ ਜਿਹੜਾ ਖਰਚਾ ਉਸ ਨੂੰ ਦੇਈਏ। ਤੇ ਸਰਕਾਰ ਨੂੰ ਵੀ ਇਹ ਵੀ ਤੁਸੀਂ ਇਹਦਾ ਜਿਹੜਾ ਗਰਦੌਰੀ ਕਰੋ ਤੇ ਜਿਹੜਾ ਕਿਸਾਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ। ਸੋ ਕੱਲੀ ਰੋੜੀ ਦੀ ਨਹੀਂ ਗੱਲ ਕਰ ਸਕਦੇ ਗੁਰਪ੍ਰੀਤ ਸਿੰਘ, ਆਪਾਂ ਦੇਖਦੇ ਹਾਂ ਕਿ ਪਿੰਡਾਂ ਦੇ ਵਿੱਚ ਇਹ ਹਾਲ ਹੋ ਰਿਹਾ ਕਿ ਕੀ ਕਾਰਨ ਹੈ ਜੀ? ਸਰਕਾਰ ਹੈ ਇਹ ਜਿਹੜੀਆਂ ਦਵਾਈਆਂ ਨਕਲੀ ਆ ਰਹੀਆਂ ਨੇ ਜਾਂ ਬੀਜਾਂ ਦੇ ਵਿੱਚ ਕੁਝ ਘੁਟਾਲਾ ਕੀਤਾ ਜਾਂਦਾ? A to Z ਹੀ ਘਪਲਾ ਹੈ। ਪਹਿਲਾਂ ਤੁਸੀਂ ਬੀ ਦੇਖ ਲਓ, ਕਈ ਤਾਂ ਬੀ ਤੁਸੀਂ ਦੇਖ ਲਓ ਕਿ ਸਟਾਰਟਿੰਗ ਦੇ ਵਿੱਚ ਹੀ ਤੁਸੀਂ ਬੀ, ਕਈ ਵਾਰੀ ਬੰਦਾ ਪੈਕਟ ਖੋਲਦਾ ਸੀ ਉਹਦੇ ਵਿੱਚ ਹੀ ਗੁਲਾਬੀ ਸੁੰਡੀ ਨਿਕਲ ਆਉਂਦੀ ਸੀ। ਇਹ ਕਿਵੇਂ ਨਾ ਕਿਵੇਂ ਸਾਨੂੰ ਬਰਬਾਦ ਕਰਨ ਦੀ ਕੋਸ਼ਿਸ਼ ਹੈ ਸਰਕਾਰ ਦੀ, ਤਾਂ ਕਿ ਇਹ ਜਿਹੜਾ 3 ਬਿੱਲਾਂ ਪਿੱਛੇ ਆਪਾਂ ਬੈਠੇ ਸੀ ਇਹ 3 ਬਿੱਲ ਇਸੇ ਪਾਸੋਂ ਹੀ ਆਉਣਗੇ। ਕਿਉਂਕਿ ਜਦੋਂ ਆਪਾਂ ਖੇਤੀ ਛੱਡਤੀ ਇੱਥੇ ਆਪਾਂ ਨੂੰ ਹੁਣ ਕਿਸੇ ਬੰਦੇ ਨੇ ਇਹਨਾਂ ਨੂੰ ਆ ਕੇ ਆਖਤਾ ਕਿ ਤੁਹਾਨੂੰ ਅਸੀਂ 50,000 ਰੁਪਇਆ ਦਿੰਦੇ ਆ, ਭੱਜ ਕੇ ਦੇਣਗੇ। ਜਿਹਦੇ 'ਚ ਪੱਲੇ ਕੱਖ ਨਹੀਂ। ਜੇ ਕੋਈ 50,000 ਰੁਪਇਆ ਉਹਨਾਂ ਨੂੰ ਦੇ ਕੇ ਕੋਈ ਲੀਜ਼ ਤੇ ਲੈਂਦਾ ਅਗਲਾ ਦੇ ਦੇ, ਇਸੇ ਹੌਲੀ ਹੌਲੀ ਇਸੇ ਤਰ੍ਹਾਂ ਪ੍ਰਾਈਵੇਟੇਸ਼ਨ ਹੋ ਜੂਗਾ। ਇਹ ਸੋਚੀ ਸਮਝੀ ਇੱਕ ਸਰਕਾਰ ਦੀ ਸਾਜ਼ਿਸ਼ ਹੈ। ਸਾਨੂੰ ਅਸੀਂ ਮੰਗ ਕਰਦੇ ਹਾਂ ਕਿ ਭਾਈ ਕਿਉਂ ਕਿਸਾਨੀ ਨੂੰ ਮਾਰਦੇ ਹੋ, ਕਿਉਂਕਿ ਸਾਡਾ ਇਹੀ ਧੰਦਾ ਹੈਗਾ, ਇਹ ਤੋਂ ਬਿਨਾਂ ਸਾਡੇ ਪੱਲੇ ਕੁਛ ਨਹੀਂ ਹੈਗਾ। ਸਾਰੇ ਰੋੜੀ ਦੇ ਜ਼ਿਮੀਂਦਾਰ ਇਕੱਠੇ ਹੋਏ ਆ ਭਰਾ, ਜੇ ਆਪਸ ਵਿੱਚ ਜੇ ਮਰਜ਼ੀ ਹੈ ਪਰ ਜਦੋਂ ਕਿਸੇ ਵਿਪਤਾ ਪੈਂਦੀ ਹੈ ਸਾਰੇ ਭਰਾ ਇੱਕ ਜੋ ਇਕੱਠੇ ਆ ਅਸੀਂ। ਤੇ ਰਹੀ ਗੱਲ, ਮੈਂ ਬਾਈ ਨੇ ਗੱਲ ਮੁਆਵਜ਼ੇ ਦੀ ਕੀਤੀ ਹੈ ਤੇ ਠੇਕੇਦਾਰ ਦੀ ਕੀਤੀ ਹੈ। ਮੈਂ ਤਾਂ ਸ਼ੁਰੂ ਤੋਂ ਇਹੀ ਕਹਿਣਾ, ਜਿਹੜੇ ਆਪਾਂ ਜੋ ਸਟਾਰਟਿੰਗ ਤੋਂ ਕੋਈ ਫਸਲ ਬੀਜਦੇ ਆ ਉਦੋਂ ਬੀਜ ਕਿੱਥੇ ਕੱਪੜੇ ਹੋ ਕਿੱਥੇ ਰਹੇ ਹੈ, ਬੀਜ 'ਚ ਹੈ, ਸਪਰੇਆਂ 'ਚ ਹੈ, ਕਿੱਥੇ ਹੈ? ਸਰਕਾਰ ਉਦੋਂ ਕਿਉਂ ਨਹੀਂ ਗੌਰ ਕਰਦੀ? ਬਾਅਦ 'ਚ ਹੀ ਕਿਉਂ? ਜੋ ਫਸਲ ਜਦੋਂ ਪੱਕਣ 'ਤੇ ਹੁੰਦੀ ਹੈ ਤੇ ਬਾਅਦ 'ਚ ਹੀ ਕਿਉਂ? ਤੇ ਰਹੀ ਗੱਲ ਮੁਆਵਜ਼ਾ ਦੇ ਕੇ, ਸਰਕਾਰ ਜ਼ਿਮੀਂਦਾਰ ਨੂੰ ਇੱਕ ਆਰਥਿਕ ਤੌਰ 'ਤੇ ਕੋਈ ਹੈਲਪ ਕਰ ਸਕਦੀ ਹੈ, ਪਰ ਜਿਹੜਾ ਮਤਲਬ ਮੈਂ ਬਾਣ ਬੀਜਿਆ ਆਪਦਾ, ਚਾਹੇ ਮੈਂ ਠੇਕੇ 'ਤੇ ਲੈਣਾ 'ਚ ਵੈਸੀ ਹੈ, ਤਾਂ ਮੇਰੇ ਮਨ ਨੂੰ ਖੁਸ਼ੀ ਤਾਂ ਨਹੀਂ ਹੈਗੀ ਨਾ। ਕਿੱਥੇ ਮੈਂ ਆਪਦੀ ਪੁੱਤਾਂ ਵਾਂਗੂ ਫਾਲੀ ਫਸਲ ਨੂੰ ਚੰਗੀ ਤਰ੍ਹਾਂ ਆਪਦਾ ਉਹਨੂੰ ਮੈਂ 25-30 ਮਣ ਮੈਂ ਕਿੱਲੇ ਨਿਕਲੇ ਤਾਂ ਮੈਨੂੰ ਖੁਸ਼ੀ ਹੋਏ ਮਨ ਨੂੰ ਵੀ ਮੇਰੇ ਪੁੱਤ ਦਾ ਕੁਛ ਬਣਾਉਣਾ, ਮੈਂ ਘਰ ਬਣਾਉਣਾ, ਮੈਂ ਕੋਈ ਵਿਆਹ ਕਰਨਾ ਹੈ। ਤੇ ਆਪਾਂ ਮੈਂ ਮੁਆਵਜ਼ੇ ਦੀ ਮੰਗ ਨਹੀਂ ਕਰਦਾ। ਮੈਂ ਕਹਿੰਦਾ ਸਰਕਾਰਾਂ ਕਿੰਨਾ ਵੀ ਤੇਰੇ ਮੁਆਵਜ਼ਾ ਮੰਗੀ ਅਸੀਂ ਦੇਖੀ ਜਾਵਾਂਗੇ, ਸਾਨੂੰ ਮੁਆਵਜ਼ੇ ਨਾਲ ਕੁਛ ਨਹੀਂ ਹੋਣਾ। ਆਈ ਗੜੇ ਮੁਆਵਜ਼ਾ 15,000 20,000 ਦੇ ਕੇ ਸਾਡੇ ਮਨ ਨੂੰ ਸੰਤੁਸ਼ਟੀ ਨਹੀਂ ਹੈਗੀ। ਸਾਨੂੰ ਖੁਸ਼ੀ ਹੁੰਦੀ ਹੈ ਸਾਨੂੰ ਚੰਗੇ ਬੀਜ ਦਿਓ, ਚੰਗਾ ਸਪਰੇਆਂ ਦਿਓ, ਠੀਕ ਹੈ, ਤਾਂ ਇਹ ਗੱਲ ਇਹ ਆਰਥਿਕ ਤੌਰ 'ਤੇ ਸਾਨੂੰ ਸਹਾਇਤਾ ਕੀ ਜਾ ਸਕਦੀ ਹੈ। ਪਰ ਜ਼ਿਮੀਂਦਾਰ ਬਿਲਕੁਲ ਮਾਰਿਆ ਜਾ ਰਿਹਾ, ਠੇਕੇਦਾਰ ਕੁਛ ਨਹੀਂ ਬਣਦਾ ਜੀ, ਠੀਕ ਹੈ। ਤੇ ਸਰਕਾਰਾਂ ਇਹ ਜਿੱਥੋਂ ਸ਼ੁਰੂ ਤੋਂ ਸਟਾਰਟਿੰਗ ਜਦੋਂ ਫਸਲ ਬੀਜਦੀ ਹੈ ਬੀਆਂ ਤੇ ਰੇਹਾਂ ਸਪਰੇਆਂ 'ਤੇ ਧਿਆਨ ਦੇਵੇ, ਹੱਥ ਜੋੜ ਕੇ ਇਹੀ ਬੇਨਤੀ ਹੈ। ਤੇ ਸਾਨੂੰ ਮੁਆਵਜ਼ਾ ਨਾ ਅੱਜ ਨਾ ਹੋਣਾ ਨਾ ਕੱਲ੍ਹ ਨੂੰ ਕੁਛ ਹੋਣਾ, 15-20,000 ਦੇ ਕੇ ਬੰਦੇ ਦਾ ਮਨ ਅੰਦਰੋਂ ਅੰਦਰ ਹੀ ਡੁੱਬਿਆ ਪਿਆ। ਇਹ ਜਿਹੜੇ ਆਪਾਂ ਸਰਕਾਰਾਂ ਦੇ ਬੰਦੇ ਆਉਂਦੇ ਆ ਦੌਰਾ ਕਰਕੇ ਚਲੇ ਜਾਂਦੇ ਆ, ਅੱਜ ਉਹ ਕਰ ਦਾਂਗੇ, ਇਹ ਚੀਜ਼ ਰੀਤਾਂ ਚੱਲਦੀਆਂ ਹੀ ਰਹਿਣਗੀਆਂ। ਇਹ ਤੁਹਾਡਾ ਕਿਸੇ TR ਲਈ ਲਾ ਲਓ, ਹੋਰ ਲਾ ਲਓ, ਜੋ ਮਰਜ਼ੀ। ਪਰ ਜਿਹੜਾ ਅਸਲੀ ਜ਼ਿਮੀਂਦਾਰ ਦਾ ਜਾਣਦਾ ਤੁਸੀਂ ਕਹਿੰਦਾ ਪੁੱਤਾਂ ਨੂੰ ਫਾਲੀ ਫਸਲ ਵੀ ਉਹਦੇ ਕੀ ਬੀਤਦੀ ਹੈ, ਉਹ ਬੰਦਾ ਆਖਿਰ ਆਪਾਂ ਨੂੰ ਕਹਿ ਦਿੰਦੇ ਅੱਜ ਕਿਸਾਨ ਉੱਥੇ 4 ਮਰ ਗਏ ਉੱਥੇ ਮਰ ਗਏ, ਤਾਂ ਬੰਦਾ ਕਰੂ ਕੀ? ਜਦੋਂ ਜ਼ਿਆਦਾ ਕੋਈ ਉਹਨਾਂ ਕੋਈ ਸਾਈਡ ਕੋਈ ਬਿਜ਼ਨਸ ਹੋਵੇ
ਵੀ ਭਾਈ ਉਹਨਾਂ 200 400 ਉਧਰ ਕਮਾ ਲੈਂਦਾ। ਬਿਜ਼ਨਸ ਵੀ ਖੇਤੀ ਹੈ ਜੀ, ਇਕੱਲੀ ਦਿਨ ਰਾਤ ਖੇਤ ਹੀ ਰਹਿਣਾ, ਖੇਤ 'ਚ ਹੀ ਦਿਨ ਰਾਤ ਧੁੱਪੇ ਛਾਵੇਂ ਸਾਰੇ ਇੱਥੇ ਰਹਿੰਦੇ ਆ। ਤਾਂ ਇਹੀ ਨਾ ਕੋਈ ਆਪਾਂ ਨੂੰ ਦਿਓ ਬਿਜ਼ਨਸ ਤਾਂ ਆਪਾਂ ਕਰਾਂਗੇ ਤਾਂ ਕਰਾਂਗੇ, ਜ਼ਿਮੀਦਾਰ ਕਰੂਗੀ ਜੀ। ਤਾਂ ਸਾਡੇ ਤੇ ਇਹੀ ਬੇਨਤੀ ਹੈ ਸਾਰੇ ਪਿੰਡ ਵਾਸੀਆਂ ਵੱਲੋਂ ਸਰਕਾਰ ਨੂੰ ਕਿ ਇਸ ਗੱਲ ਤੇ ਚੰਗੀ ਤਰ੍ਹਾਂ ਗੌਰ ਕੀਤੀ ਜਾਵੇ, ਜੋ ਸਟਾਰਟਿੰਗ ਤੋਂ ਫਸਲਾਂ ਵੇਚਦੀਆਂ ਤੇ ਹੋਰ ਬੀਆਂ ਰੇਹਾਂ ਸਪਰੇਆਂ ਵੱਲ ਧਿਆਨ ਦਿੱਤਾ ਜਾਵੇ। ਕਾਲਾ ਸਿੰਘ ਜੀ, ਸਾਈਡ ਬਿਜ਼ਨਸ ਦੀ ਗੱਲ ਕੀਤੀ ਹੈ, ਕਿਸਾਨ ਜ਼ਿਆਦਾਤਰ ਕੀ ਕਹਿੰਦੇ ਵੀ ਆਪਦੇ ਪਸ਼ੂ ਪਾਲਦੇ ਆ ਤੇ ਦੁੱਧ ਡੇਅਰੀਆਂ ਦੇ ਵਿੱਚ ਪਾਉਂਦੇ ਆ। ਉਹ ਵੀ ਆਪਾਂ ਦੇਖ ਸਕਦੇ ਹਾਂ ਕਿ ਜਿਹੜੀ ਲਿੰਪੀ ਸਕਿਨ ਦੀ ਬਿਮਾਰੀ ਚੱਲੀ ਹੈ ਉਹ ਵੀ ਬਹੁਤ ਜ਼ਿਆਦਾ ਆਪਣੇ ਪਸ਼ੂਆਂ ਦੇ ਵਿੱਚ ਫੈਲ ਰਹੀ ਹੈ, ਪਰ ਉਸ ਦੀ ਵੀ ਕੋਈ ਵੈਕਸੀਨ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ। ਬਾਈ ਜੀ ਉਹੀ ਗੱਲ ਹੈ, ਜਿਹੜੀ ਆਪਾਂ ਕਹਿੰਦੇ ਚਲੋ ਕੋਈ ਚੀਜ਼ਾਂ ਕੁਦਰਤੀ ਹੁੰਦੀਆਂ ਨੇ, ਪਰਮਾਤਮਾ ਵੱਲੋਂ ਆਪਾਂ ਕਹਿੰਦੇ, ਪਰ ਕਈ ਚੀਜ਼ਾਂ ਜਦੋਂ ਆਪਾਂ ਨੂੰ ਪਤਾ ਵੀ ਸਰਕਾਰਾਂ ਬਹੁਤ ਵੱਡੀ ਚੀਜ਼ ਵੀ ਇਹ ਚੀਜ਼ ਰੋਕਥਾਮ ਕਰ ਸਕਦੀਆਂ ਨੇ, ਪਰ ਅੱਜ ਕੱਲ੍ਹ ਕੀ ਹੋ ਗਿਆ ਡਰਾਮੇਬਾਜ਼ੀ। ਜਿਹੜੇ ਲੀਡਰ ਨੇ ਜੀ ਸਾਡੇ ਨਾਲ ਉੱਥੋਂ ਤਾਂ ਗੱਲ ਕਿਉਂ ਨਹੀਂ ਪਹੁੰਚਾਉਂਦੇ, ਕਿਉਂ ਨਹੀਂ ਗੌਰ ਕਰਦੇ ਉਹ ਜਿਹੜੇ ਵਿਚਾਰੇ ਹੁਣ ਗਾਈਆਂ ਦੀ ਗੱਲ ਕੀਤੀ ਹੈ ਬਾਈ, ਜਿਹੜੇ 10 ਗਾਈਆਂ ਰੱਖੀਆਂ ਵਿਚਾਰੇ ਨੇ, ਉਹ ਗਰੀਬ ਬੰਦੇ ਰੱਖੇ, ਉਹਨੂੰ ਦੁੱਧ ਪਾ ਕੇ ਆਪਦਾ ਘਰ ਦਾ ਰੁਜ਼ਗਾਰ ਚਲਾਉਂਦਾ ਹੈ, ਤੇ ਉਹ 10 ਅੱਜ ਉਹ 2-4 ਗਾਈਆਂ ਮਰ ਗਈਆਂ ਤੇ ਉਹਦਾ ਕਿੱਥੋਂ ਭਰਪਾਈ ਹੋਈ? 5 ਸਾਲ ਨਹੀਂ ਬੰਦਾ ਭਾਲ ਹੁੰਦਾ ਉਹ। ਠੀਕ ਹੈ ਜੀ, ਉਹ ਬੰਦੇ ਨੇ ਕੋਈ ਆਪਦੇ ਘਰ ਪਾਉਣਾ ਹੈ, ਕੋਈ ਬੱਚੇ ਦਾ ਵਿਆਹ ਕਰਨਾ, ਕੋਈ ਬੱਚੇ ਪੜ੍ਹਾਉਣੇ ਆ, ਖਰਚੇ ਜੀ ਬਹੁਤ ਜ਼ਿਆਦਾ ਵੱਧ ਚੁੱਕੇ ਮਹਿੰਗਾਈ, ਤੇ ਸਰਕਾਰਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਸਾਰੀਆਂ ਗੱਲਾਂ 'ਤੇ ਗੌਰ ਫਰਮਾਉਣ। ਲਿੰਪੀ ਸਕਿਨ ਦੀ ਤੁਸੀਂ ਗੱਲ ਕਰੀ ਆ, ਉਹ ਤਾਂ ਚਲੋ ਬਹੁਤ ਵੱਡੀ ਚੀਜ਼ ਆ। ਉਹ ਪੈਦਾ ਕਿਹਦੇ ਤੋਂ ਹੁੰਦੀ ਹੈ? ਮੱਛਰ ਤੋਂ ਤੇ ਚੱਚੜ ਤੋਂ ਤੇ ਮੱਖੀ ਤੋਂ। ਕਿੱਦੇ ਆਪਣੇ ਸਪਰੇਅ ਕਰਨ ਵਾਲੀਆਂ ਮਤਲਬ ਪਿੰਡ ਦੇ ਵਿੱਚ ਧੂਆਂ ਕਰਨ ਵਾਲੀਆਂ ਅੱਗੇ ਆਉਂਦੀਆਂ ਰਹੀਆਂ, ਉਹ ਤਾਂ ਵੈਕਸੀਨ ਤਾਂ ਬਾਹਲੀ ਦੂਰ ਦੀ ਗੱਲ ਆ, ਪਿੰਡ ਦੇ ਵਿੱਚ ਕੀ ਗੇੜਾ ਹੀ ਦੇ ਦਿਆ ਕਰਨ। ਸੋ ਸਰਕਾਰ ਜਮਾ ਸਾਨੂੰ ਡੋਬਣ ਤੇ ਮਾਰਨ ਤੇ ਫਿਰਦੀ ਹੈ। ਉਮੀਦਾਂ ਛੱਡ ਦਿਓ, ਇਹ ਤਾਂ ਜਿਵੇਂ ਆਪਾਂ ਪਹਿਲਾਂ ਇਕੱਠੇ ਹੋਏ ਸੀ ਉਸ ਤਰ੍ਹਾਂ ਜੇ ਤਾਂ ਇਕੱਠੇ ਹੋਵਾਂਗੇ ਸਾਰਾ ਕੁਝ ਭੁੱਲ ਕੇ ਜੀ, ਤਾਂ ਫਿਰ ਆਪਾਂ ਕੁਛ ਨਾ ਕੁਛ ਲੈ ਡਿੱਗਾਂਗੇ। ਮੇਰੀ ਇਹੀ ਹੱਥ ਬੰਨ੍ਹ ਕੇ ਬੇਨਤੀ ਵੀ ਜਿਵੇਂ ਆਪਾਂ ਉਦੋਂ ਏਕਾ ਦਿਖਾਇਆ ਸੀ, ਉਹੀ ਇੱਕ ਆਪਾਂ ਨੂੰ ਬਰਕਰਾਰ ਰੱਖਣਾ ਪੈਣਾ। ਅੱਜ ਜੋ ਆਪਾਂ ਵਾਹਣ ਵਾਹ ਰਹੇ ਹਾਂ, ਉਹ ਇਸ ਬਾਈ ਦਾ ਵਾਹਣ ਹੈ, ਇਹਨੇ 4 ਕਿੱਲੇ ਠੇਕੇ ਤੇ ਲਿਆ ਸੀ, ਇਹਦੇ ਕੋਲੇ ਓੜਾ ਜ਼ਮੀਨ ਨਹੀਂ। ਵਿਚਾਰੇ ਨੇ ਕਿਵੇਂ ਕਰਕੇ ਤੁਹਾਨੂੰ ਪਤਾ ਵੀ ਵਾਹਣ ਠੇਕੇ ਤੇ ਲਿਆਊ ਜਿਹਦੇ ਕੋਲੇ ਕੋਈ ਇਨਕਮ ਸੋਰਸ ਹੈ ਹੀ ਨਹੀਂਗਾ ਕੋਈ। ਅੱਜ ਉਹਦਾ 4 ਕਿੱਲੇ ਵਾਹਤਾ ਤੇ ਉਹਦੇ ਪੱਲੇ ਕੀ ਰਹੇਗਾ? ਤੁਸੀਂ ਇਹ ਦੇਖ ਲਓ ਉਸ ਬੰਦੇ ਦਾ। ਉੱਤੋਂ ਧੰਨਵਾਦ ਮੈਂ ਇਸ ਬਾਈ ਦਾ ਕਰਦਾ, ਇਸ ਬੰਦੇ ਨੇ ਇਹਨੂੰ ਠੇਕੇ ਤੇ ਵਾਹਣ ਦਿੱਤਾ। ਪਰ ਇਸ ਬੰਦੇ ਨੇ ਮੈਨੂੰ, ਬਾਈ ਦਾ ਨਾਮ ਕੀ? ਇਹ ਗੁਰਮੇਲ ਸਿੰਘ, ਇਹਨੇ ਮੈਨੂੰ ਫੋਨ ਕਰਕੇ ਕਿਹਾ ਕਿ ਆਪਾਂ ਸਭ ਤੋਂ ਪਹਿਲਾਂ ਇਹ ਮੁਹਿੰਮ ਚਲਾਈਏ ਕਿ ਜਦੋਂ ਕਿਸੇ ਦਾ ਫਸਲ ਮਰਦੀ ਆ ਤਾਂ ਫਸਲ ਜਿਹੜਾ ਬੰਦਾ ਠੇਕੇ ਤੇ ਲੈਂਦਾ ਉਹ ਬੰਦੇ ਨੂੰ ਪੈਸੇ ਮਿਲਣੇ ਚਾਹੀਦਾ। ਮੈਂ ਇਸ ਬੰਦੇ ਦੀ ਅਸੀਂ ਮਤਲਬ ਲਿਖ ਐਡ ਕੇ ਵੀ ਦੇਣ ਨੂੰ ਤਿਆਰ ਆਂਗੇ ਵੀ ਮੇਰਾ ਵਾਹਣ ਇਹਦੇ ਕੋਲ ਠੇਕੇ ਤੇ, ਮੈਂ ਲਿਖ ਕੇ ਦੇਣ ਨੂੰ ਤਿਆਰ ਆਂ ਵੀ ਜਿਹੜਾ ਕੱਲ ਨੂੰ ਮੇਰੇ ਖਾਤੇ 'ਚ ਪੈਸਾ ਆਉਂਦਾ ਉਹ ਮੇਰੇ ਖਾਤੇ 'ਚ ਨਾ ਆਵੇ, ਸਿੱਧਾ ਇਹਦੇ ਖਾਤੇ 'ਚ ਆਵੇ। ਮੈਨੂੰ ਕੋਈ ਨਹੀਂ, ਮੈਂ ਤਾਂ ਠੇਕਾ ਲਈ ਬੈਠਾ। ਕੀ ਨਾਮ ਬਾਈ ਦਾ? ਇਹਦਾ ਨਾਮ ਵੀਰਾ ਸਿੰਘ ਹੈ ਜੀ। ਵੀਰਾ ਸਿੰਘ ਹੈ ਜੀ। ਕਿੰਨਾ ਬਾਣ ਬੀਜੇ ਤੁਸੀਂ? 4 ਕਿੱਲੇ ਜੀ ਠੀਕ ਹੈ। ਠੇਕੇ ਦੇ। ਕਿੰਨੀ ਕੁ ਮਿਹਨਤ ਕੀਤੀ ਇਸ ਬਾਣ ਦੇ ਉੱਤੇ? ਪੂਰੀ ਮਿਹਨਤ ਕਰਤੀ ਜੀ, ਸਪਰੇਆਂ ਕਿੰਨੀਆਂ? 4 ਸਪਰੇਆਂ ਕਰਤੀਆਂ ਰੋਜ਼। ਤੇ ਬਾਈ ਵਰਗੀ ਸੋਚ ਸਾਰੇ ਬੰਦਿਆਂ ਦੀ ਹੋਣੀ ਚਾਹੀਦੀ ਹੈ। ਕਮਾਈ ਵਾਲਾ ਬੰਦਾ ਕਮਾਈ ਆਪਾਂ ਆਪਦਾ ਖਾ ਕੇ ਮਰ ਜਗੇ ਉਹੀ ਬਾਤ। ਜਦੋਂ ਆਪਾਂ ਨੂੰ 60,000 ਦੇਤਾ ਤੇ ਹੋਰ ਤੁਸੀਂ 10-20 ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ, ਪਰ ਇਹਦਾ ਘਰ ਚੱਲ ਸਕਦਾ। ਸੋ ਸਾਰੇ ਪਿੰਡ ਨੂੰ ਜਾਂ ਮੈਂ ਸਾਰੇ ਇਲਾਕੇ ਨੂੰ ਹੀ ਬੇਨਤੀ ਹੈ ਕਿ ਜਿਵੇਂ ਆਪਾਂ ਪਹਿਲਾਂ ਇੱਕ ਦਿਖਾਇਆ ਪਲੀਜ਼ ਉਦਾਂ ਹੀ ਚੱਲੋ। ਸਾਰਾ ਜਿਹੜਾ ਤਾਂ ਮਿਹਨਤ ਕਰਦਾ ਜੀ ਉਹ ਤਾਂ ਦੇ ਦਿੰਦਾ ਪੈਸੇ, ਜਿਹੜਾ ਨੂੰ ਖੇਤੀ ਦਾ ਪਤਾ ਹੈ ਉਹ ਤਾਂ ਦੇ ਦਿੰਦਾ, ਉਧਰੋਂ ਉਧਰ ਪੈਸੇ ਨਹੀਂ ਬਾਈ ਦਿੰਦਾ ਹੀ ਨਹੀਂ ਅੱਜ ਕੱਲ। ਕੋਈ ਅਗਲਾ ਕਹਿੰਦਾ ਆਪਾਂ ਲੈ ਲੇ, ਜੋ ਖਾਤੇ ਜਾ ਕੇ ਜੀ ਮੁੜ ਕੇ ਬੰਦਾ ਪੰਚਾਇਤ ਤੋਂ ਪੰਚਾਇਤੀ ਹੁੰਦਾ, ਹਾਰ ਕੇ ਅੱਕ ਕੇ ਘਰੇ ਬਹਿ ਜਾਂਦਾ ਜੀ। ਘਰੇ ਵੀ ਤਾਂ ਕਰੇ ਕੀ ਬੰਦਾ, ਬਹੁਤ ਬੁਰਾ ਹਾਲ ਹੈ ਜੀ। ਇਹ ਆਵੇ ਤਾਂ ਸਿੱਧਾ ਠੇਕੇ ਵਾਲੇ ਨੂੰ ਨਾ ਮੰਨ ਲਾ ਵੀ ਠੇਕੇ ਵਾਲੇ ਬੰਦੇ ਦੇ ਖਾਤੇ 'ਚ ਆਵੇ, ਉਹ ਨਾ ਹੋਵੇ ਜਿਹੜੇ ਮਾਲਕ ਦੇ ਆਵੇ। ਇਹਦੀ ਇਨਕੁਆਇਰੀ ਕਰਨੀ ਚਾਹੀਦੀ ਵੀ ਇਹਦਾ ਬਾਣ ਠੇਕੇ ਤੇ ਆ, ਉਹ ਠੇਕੇ ਵਾਲੇ ਬੰਦੇ ਨੂੰ ਹੀ ਆਉਣੇ ਚਾਹੀਦੇ ਪੈਸੇ। ਪਿਛਲੇ ਸਾਲ ਮੁਆਵਜ਼ਾ ਆਇਆ ਜੀ, ਪਿਛਲੇ ਸਾਲ ਮੁਆਵਜ਼ਾ ਆਇਆ। ਮੇਰੇ ਕੋਲੇ 11-12 ਕਿੱਲੇ ਵਾਹਣ ਹੈ, ਮੈਨੂੰ ਸਿਰਫ 14,000 ਰੁਪਇਆ ਮਿਲਿਆ। ਮੈਂ ਪਟਵਾਰੀ ਕੋਲੇ ਗਿਆ, ਉਹ ਕਹਿੰਦਾ ਵੀ ਤੇਰਾ ਸਾਂਝਾ ਖਾਤਾ, ਸਾਂਝੇ ਖਾਤੇ 'ਚ ਤੁਹਾਡੇ ਪੈਸੇ ਵਗ ਗਏ। ਤਾਂ ਦੂਜੇ ਦੇ ਖਾਤੇ 'ਚ, ਮੇਰੇ ਖਾਤੇ 'ਚ ਤਾਂ ਕਿਸੇ ਦੇ ਆਏ ਹੀ ਨਹੀਂਗੇ। ਹੁਣ ਜੇ ਮੇਰੇ ਖਾਤੇ 'ਚ 14,000 ਆਇਆ, ਮੈਂ ਕੀ ਤਾਂ ਇਹਨੂੰ ਦੇਵਾਂਗਾ, ਕੀ ਮੈਂ ਰੱਖੂੰਗਾ? ਮੈਂ ਵੀ ਬਰਾਬਰ ਵਾਹੀ ਕਰ ਦਾਂਗਾ। ਤੇ ਜੇ ਮੇਰੇ ਖਾਤੇ 'ਚ ਪੈਸੇ ਨਾਲ ਸਿੱਧੀ ਗਰਦੌਰੀ ਇਹਦੀ ਨਰਮੇ ਦੀ ਵਜ੍ਹਾ ਸਾਹਮਣੇ ਵਾਹੀ ਜਾਂਦੇ ਆਪਾਂ ਨੂੰ ਪਤਾ ਵੀ ਨਰਮਾ ਬਾਹਤਾ, ਹਕੀਕਤ ਆਪਾਂ ਬੰਦੇ ਖੜੇ ਆਂਗੇ। ਮੇਰੇ ਖਾਤੇ 'ਚ ਪੈਸੇ ਪਾਉਣ ਦੀ ਕੋਈ ਲੋੜ ਹੈ ਕਿ ਮੈਥੋਂ ਲਿਖਤੀ ਰੂਪ 'ਚ ਲਓ, ਇਹਨੂੰ ਪੈਸੇ ਪਾਓ ਸਿੱਧੇ, ਇਹਨੂੰ 5 ਆਉਣ 50 ਆਉਣ, ਇਹਨੂੰ ਸਿੱਧੇ ਆਉਣ। ਮੇਰੇ ਕੋਲੇ ਆਉਣ ਦੀ ਲੋੜ ਹੀ ਨਹੀਂ ਇਹਨੂੰ। ਮੈਂ ਤਾਂ ਲੈ ਲੇ, ਮੈਂ ਤਾਂ ਕਿਸ਼ਤ ਲੈ ਚੁੱਕਿਆ, ਮੈਨੂੰ ਤਾਂ ਠੇਕਾ ਦੇਤਾ ਇਸਨੇ। ਫਸਲ ਮਰੀ ਹੈ ਤਾਂ ਜਿਹਦੀ ਮਰੀ ਹੈ, ਮੇਰੀ ਨਹੀਂ ਮਰੀ ਹੈਗੀ। ਤਾਂ ਇਸ ਨੂੰ ਸਿੱਧਾ ਸਰਕਾਰ ਇਹਨੂੰ ਦੇਵੇ, ਮੇਰਾ ਤਾਂ ਮਤਲਬ ਨਹੀਂ ਰਿਹਾ ਇਹਦੇ 'ਚ ਕੋਈ। ਮੇਰਾ ਤਾਂ ਸਾਲ ਭਰ ਇਹਦੇ ਕੋਲੇ ਬਾਇਆ ਹੈ, ਸਾਲ ਭਰ ਇਹਦਾ ਹੈਗਾ।